स्टूडेंट्स टुडे वी आर डिस्कस अबाउट अकाउंटिंग रेशो। सो अकाउंटिंग रेशो की है जी एक मैथमैटिकल रिलेशनशिप होंदी है टू आइटम ਦੇ ਵਿਚਕਾਰ ਜਿਨ੍ਹਾਂ ਦੇ ਵਿਚਕਾਰ ਆਪਾਂ ਰਿਲੇਸ਼ਨਸ਼ਿਪ ਆ ਜਿਹੜੀ ਕੁਆਂਟੀਟਿਵ ਫਾਰਮ ਦੇ ਵਿੱਚ ਕੀ ਕਰਦੇ ਹਾਂ ਜੀ ਡਿਟਰਮਿਨ ਕਰਦੇ ਹਾਂ। ਇਹਦੇ ਵਿੱਚ ਕੀ ਹੈ ਟੂ ਨੰਬਰ ਨੂੰ ਲੋੜ ਹੁੰਦੀ ਹੈ ਆਪਾਂ ਨੂੰ ਕੈਲਕੂਲੇਟ ਕਰਨ ਦੇ ਲਈ, ਇੱਕ ਰੇਸ਼ੋ ਨੂੰ ਕੈਲਕੂਲੇਟ ਕਰਨ ਦੇ ਲਈ, ਜਿਨ੍ਹਾਂ ਦੇ ਵਿੱਚੋਂ ਇੱਕ ਨੰਬਰ ਜੀ ਨਿਊਮੀਨੇਟਰ ਪੁੱਟ ਕੀਤਾ ਜਾਂਦਾ ਹੈ, ਦੂਸਰਾ ਨੰਬਰ ਹੈ ਜਿਹੜਾ ਡਿਨੋਮੀਨੇਟਰ ਹੁੰਦਾ। ਸੋ ਨਿਊਮੀਨੇਟਰ ਨੂੰ ਜਦੋਂ ਡਿਨੋਮੀਨੇਟਰ ਦੇ ਨਾਲ ਕੀ ਕੀਤਾ ਜਾਂਦਾ, ਡਿਵਾਈਡ ਕੀਤਾ ਜਾਂਦਾ, ਤਾਂ ਉਹਦੇ ਤੋਂ ਆਪਾਂ ਕੀ ਕਰ ਸਕਦੇ ਹਾਂ, ਰੇਸ਼ੋ ਆ ਜਿਹੜੀ ਫਾਈਂਡ ਆਊਟ ਕੀਤੀ ਜਾ ਸਕਦੀ ਆ। ਸੋ ਰੇਸ਼ੋ ਆ ਜਿਹੜੀ ਆਪਣੀ ਫਰਮ ਦੀ ਜਿਹੜੀ ਫਾਈਨੈਂਸ਼ੀਅਲ ਪੋਜੀਸ਼ਨ ਹੁੰਦੀ ਆ, ਪਰਫਾਰਮੈਂਸ ਹੁੰਦੀ ਆ, ਉਹਨੂੰ ਅਨੈਲਿਸਿਸ ਕਰਨ ਦੇ ਵਿੱਚ ਹੈਲਪ ਕਰਦੀ ਆ। 4 ਐਂਗਲਸ ਤੋਂ ਆਪਾਂ ਪਰਫਾਰਮੈਂਸ ਨੂੰ ਮੈਜਰ ਕਰ ਸਕਦੇ ਹਾਂ, ਪ੍ਰੋਫਿਟੇਬਿਲਿਟੀ, ਸੋਲਵੈਂਸੀ, ਐਸਟ ਐਫੀਸ਼ੀਐਂਸੀ ਐਂਡ ਲਿਕੁਇਡਿਟੀ। ਪ੍ਰੋਫਿਟੇਬਿਲਿਟੀ ਮੀਨਸ ਕਿ ਕੰਪਨੀ ਨੂੰ ਕਿੰਨਾ ਪ੍ਰੋਫਿਟ ਹੋ ਰਿਹਾ, ਕਿੰਨਾ ਲਾਸ ਹੋ ਰਿਹਾ। ਲਿਕੁਇਡਿਟੀ ਮੀਨਸ ਕੰਪਨੀ ਦੀ ਕੀ ਪੋਜੀਸ਼ਨ ਆ, ਉਹ ਈਜ਼ੀਲੀ ਕੈਸ਼ ਦੇ ਵਿੱਚ ਆਪਣੇ ਐਸਟ ਨੂੰ ਕਨਵਰਟ ਕਰ ਸਕਦੀ ਹੈ ਜਾਂ ਨਹੀਂ। ਐਸਟ ਐਫੀਸ਼ੀਐਂਸੀ ਮਤਲਬ ਉਹਦੇ ਕੋਲ ਆਪਣੀਆਂ ਲਾਇਬਿਲਿਟੀ ਨੂੰ ਮੀਟ ਕਰਨ ਦੇ ਲਈ ਪ੍ਰੋਪਰ ਐਸਟ ਹੈ ਜਾਂ ਨਹੀਂ ਹੈ। ਸੋਲਵੈਂਸੀ ਦਾ ਮਤਲਬ ਕੀ ਹੁੰਦਾ ਜੀ, ਕੰਪਨੀ ਦੀ ਜਿਹੜੀ ਫਾਈਨੈਂਸ਼ੀਅਲ ਪੋਜੀਸ਼ਨ ਵੀਕ ਹੈ ਜਾਂ ਸਟਰੋਂਗ ਆ, ਉਹਨੂੰ ਕੀ ਕਿਹਾ ਜਾਂਦਾ ਜੀ, ਸੋਲਵੈਂਸੀ ਕਿਹਾ ਜਾਂਦਾ। ਸੋ ਓਵਰਆਲ ਜਿਹੜੀ ਫਰਮ ਦੀ ਫਾਈਨੈਂਸ਼ੀਅਲ ਪੋਜੀਸ਼ਨ ਆਪਾਂ ਇਹਨਾਂ 4 ਰੇਸ਼ੋ ਨੂੰ 4 ਫੈਕਟਰਸ ਨੂੰ ਕੰਸੀਡਰ ਕਰਕੇ ਈਜ਼ੀਲੀ ਫਾਈਂਡ ਆਊਟ ਕਰ ਸਕਦੇ ਹਾਂ। ਸੋ ਅਕਾਊਂਟਿੰਗ ਰੇਸ਼ੋ ਕੀ ਹੈ ਜੀ, ਇਹ ਇੱਕ ਸਿੰਪਲੀ ਇੱਕ ਨੰਬਰ ਹੁੰਦਾ ਜਿਹਨੂੰ ਆਪਾਂ ਕੀ ਕਰ ਸਕਦੇ ਹਾਂ, ਟਰਮ ਦੇ ਵਿੱਚ ਐਕਸਪ੍ਰੈਸ ਕਰ ਸਕਦੇ ਹਾਂ ਐਂਡ ਜਿਹਦੇ ਵਿੱਚ ਇੱਕ ਨੰਬਰ ਨੂੰ ਦੂਸਰੇ ਨੰਬਰ ਦੇ ਨਾਲ ਡਿਵਾਈਡ ਕਰਕੇ ਰੇਸ਼ੋ ਹੈ ਜਿਹੜੀ ਫਾਈਂਡ ਆਊਟ ਕੀਤੀ ਜਾਂਦੀ ਆ। ਨੈਕਸਟ ਆ ਜਾਂਦਾ ਜੀ ਟੌਪਿਕ ਤੁਹਾਡੇ ਕੋਲ ਰੇਸ਼ੋ ਅਨੈਲਿਸਿਸ। ਤਾਂ ਰੇਸ਼ੋ ਅਨੈਲਿਸਿਸ ਕੀ ਹੈ ਜੀ, ਇੱਕ ਫਾਈਨੈਂਸ਼ੀਅਲ ਸਟੇਟਮੈਂਟ ਦਾ ਅਨੈਲਿਸਿਸ ਹੁੰਦਾ ਵਾ, ਜਿਹਦੇ ਨਾਲ ਆਪਾਂ ਕੀ ਕਰ ਸਕਦੇ ਹਾਂ, ਕੈਲਕੂਲੇਟ ਕਰ ਸਕਦੇ ਹਾਂ, ਡਿਟਰਮਿਨ ਕਰ ਸਕਦੇ ਹਾਂ ਐਂਡ ਵੇਰੀਅਸ ਆਈਟਮ ਦੇ ਵਿਚਕਾਰ ਕੀ ਰਿਲੇਸ਼ਨਸ਼ਿਪ ਆ ਉਹਨਾਂ ਨੂੰ ਕੀ ਕਰ ਸਕਦੇ ਹਾਂ, ਸਿੰਪਲੀ ਫਾਈਂਡ ਆਊਟ ਕਰ ਸਕਦੇ ਹਾਂ। ਸੋ ਇਹਦੇ ਵਿੱਚ ਜਿਹੜੇ ਕਰੰਟ ਐਸਟ, ਕਰੰਟ ਲਾਇਬਿਲਿਟੀ ਨੂੰ, ਗ੍ਰੋਸ ਪ੍ਰੋਫਿਟ ਨੂੰ, ਸੇਲ ਨੂੰ ਕੀ ਹੈ, ਰੇਸ਼ੋ ਨੂੰ ਫਾਈਂਡ ਆਊਟ ਕਰਨ ਦੇ ਲਈ ਲਿਆ ਜਾਂਦਾ। ਸੋ ਇਸ ਅਕੋਰਡਿੰਗ ਆਪਾਂ ਕੀ ਕਰ ਸਕਦੇ ਹਾਂ ਜੀ, ਈਜ਼ੀਲੀ ਫਾਈਂਡ ਆਊਟ ਕਰ ਸਕਦੇ ਹਾਂ। ਸੋ ਇਹਦੇ ਮੇਨ ਆਬਜੈਕਟਿਵ ਕੀ ਹੁੰਦੇ ਆ ਰੇਸ਼ੋ ਅਨੈਲਿਸਿਸ ਦੇ। ਫਸਟ ਹੈਗਾ ਜੀ ਹੈਲਪ ਇਨ ਆਈਡੈਂਟੀਫਾਈ ਔਰ ਆਫ ਸਿਗਨੀਫਿਕੈਂਟ ਅਕਾਊਂਟਿੰਗ ਡਾਟਾ ਰਿਲੇਸ਼ਨਸ਼ਿਪ। ਸੋ ਬਹੁਤ ਸਾਰੀ ਜਿਹੜੀ ਇਨਫੋਰਮੇਸ਼ਨ ਆ ਫਾਈਨੈਂਸ਼ੀਅਲ ਸਟੇਟਮੈਂਟ ਦੇ ਵਿੱਚ ਸ਼ੋ ਕੀਤੀ ਜਾਂਦੀ ਆ, ਬਟ ਉਹ ਬਹੁਤ ਹੀ ਜ਼ਿਆਦਾ ਕਨਫਿਊਜ਼ਿੰਗ ਹੁੰਦੀ ਹੈ। ਸੋ ਇਸ ਲਈ ਰੇਸ਼ੋ ਆ ਜਿਹੜੀ ਆਪਾਂ ਨੂੰ ਸਿੰਪਲ ਫਾਰਮ ਦੇ ਵਿੱਚ ਡਿਸੀਜਨ ਮੇਕਰ ਦੀ ਹੈਲਪ ਕਰਦੀ ਹੈ, ਜਿਹਦੇ ਥਰੂ ਈਜ਼ੀਲੀ ਉਹ ਕੰਪਨੀ ਦੀ ਪੋਜੀਸ਼ਨ ਨੂੰ ਕੀ ਕਰ ਸਕਦਾ, ਅਸਰਟਨ ਕਰ ਸਕਦਾ। ਸਿੰਪਲੀਫਾਈ ਫਾਈਨੈਂਸ਼ੀਅਲ ਸਟੇਟਮੈਂਟ। ਸੋ ਰੇਸ਼ੋ ਅਨੈਲਿਸਿਸ ਆ ਜਿਹੜਾ ਸਿੰਪਲੀ ਆਪਾਂ ਨੂੰ ਕੀ ਆ, ਕੰਪੈਰੀਜ਼ਨ ਕਰਨ ਦੇ ਵਿੱਚ ਹੈਲਪ ਕਰਦਾ ਵਾ। ਰੇਸ਼ੋ ਆਪਾਂ ਨੂੰ ਸਾਰੀ ਕੀ ਚੇਂਜਸ ਆ ਰਹੀਆਂ ਕੰਪਨੀ ਦੇ ਵਿੱਚ ਉਹਨਾਂ ਦੇ ਬਾਰੇ ਸਿੰਪਲ ਟਰਮ ਦੇ ਵਿੱਚ ਐਕਸਪਲੇਨ ਕਰਦਾ। ਹੈਲਪ ਇਨ ਪਲੈਨਿੰਗ ਐਂਡ ਫੋਰਕਾਸਟਿੰਗ। ਰੇਸ਼ੋ ਦੇ ਥਰੂ ਆਪਾਂ ਈਜ਼ੀਲੀ ਕੀ ਕਰ ਸਕਦੇ ਹਾਂ, ਪਲਾਨ ਕਰ ਸਕਦੇ ਹਾਂ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ, ਕਦੋਂ ਕਰਨਾ ਚਾਹੀਦਾ। ਫੋਰਕਾਸਟ ਮਤਲਬ ਕੰਪਨੀ ਦੇ ਕੀ ਐਸਟ ਆ, ਕੰਪਨੀ ਦੀ ਕੀ ਲਾਇਬਿਲਿਟੀ ਆ, ਕੰਪਨੀ ਦੀ ਕੀ ਸੇਲ ਹੋ ਰਹੀ ਹੈ, ਇਹਨਾਂ ਨੂੰ ਈਜ਼ੀਲੀ ਮੈਜਰ ਕੀਤਾ ਜਾ ਸਕਦਾ। ਹੈਲਪ ਇਨ ਇਫੈਕਟਿਵ ਕਮਿਊਨੀਕੇਸ਼ਨ। ਸੋ ਸਿੰਪਲੀ ਜਦੋਂ ਆਪਾਂ ਬੈਲੈਂਸ ਸ਼ੀਟ ਸ਼ੋ ਕਰਦੇ ਹਾਂ ਤਾਂ ਦੈਟ ਟਾਈਮ ਆਪਾਂ ਨੂੰ ਬਹੁਤ ਸਾਰੀਆਂ ਡਿਫੀਕਲਟੀਜ਼ ਫੇਸ ਕਰਨੀਆਂ ਪੈਂਦੀਆਂ ਕਿ ਕਿਹੜੀ ਫਿਗਰਸ ਕਿੰਨਾ ਅਮਾਊਂਟ ਹੈ ਜਿਹੜੀ ਸ਼ੋ ਕਰ ਰਹੀ ਹੈ, ਬਟ ਰੇਸ਼ੋ ਦੇ ਵਿੱਚ ਆਪਾਂ ਈਜ਼ੀਲੀ ਕਮਿਊਨੀਕੇਟ ਕਰ ਸਕਦੇ ਹਾਂ, ਜਿਹੜੀ ਕਿ ਹਰੇਕ ਪਰਸਨ ਦੇ ਦੁਆਰਾ ਈਜ਼ੀਲੀ ਅੰਡਰਸਟੈਂਡੇਬਲ ਹੁੰਦੀ ਆ ਕਿ ਕਿੰਨੇ % ਐਕਚੁਅਲ ਦੇ ਵਿੱਚ ਆਪਣੇ ਵਿੱਚ ਕੋਲੇ ਚੇਂਜਸ ਆ ਰਹੀਆਂ। ਨੈਕਸਟ ਹੈ ਜੀ ਹੈਲਪ ਇਨ ਸਿੰਪਲੀਫਾਈਂਗ ਅਕਾਊਂਟਿੰਗ ਫਿਗਰਸ। ਸੋ ਜਿਹੜੀ ਅਕਾਊਂਟਿੰਗ ਰੇਸ਼ੋ ਆ ਕਿ ਇੱਕ ਜਿਹੜੀਆਂ ਲੌਂਗ ਐਰੇ ਹੁੰਦੀਆਂ, ਮਤਲਬ ਲੌਂਗ ਆਈਟਮ ਹੁੰਦੀਆਂ, ਉਹਨਾਂ ਨੂੰ ਸਿੰਪਲ ਵੇ ਦੇ ਵਿੱਚ ਸਮਰਾਈਜ਼ ਕਰਨ ਦੇ ਵਿੱਚ ਹੈਲਪ ਕਰਦੀਆਂ। ਇਹਦਾ ਮੇਨ ਆਬਜੈਕਟਿਵ ਕੀ ਹੁੰਦਾ ਜੀ, ਈਜ਼ੀਲੀ ਆਪਾਂ ਕੀ ਕਰ ਸਕਦੇ ਹਾਂ, ਕੰਪੇਅਰ ਕਰ ਸਕਦੇ ਹਾਂ ਵੇਰੀਅਸ ਐਲੀਮੈਂਟ ਨੂੰ। ਸੋ ਇਸ ਲਈ ਇਹ ਕੀ ਹੈ ਜੀ, ਅਕਾਊਂਟਿੰਗ ਫਿਗਰ ਨੂੰ ਸਿੰਪਲੀਫਾਈ ਕਰਦੀ ਹੈ। ਨੈਕਸਟ ਹੈ ਜੀ ਹੈਲਪ ਇਨ ਜੱਜ ਦਾ ਆਪਰੇਟਿੰਗ ਐਫੀਸ਼ੀਐਂਸੀ ਆਫ ਬਿਜ਼ਨਸ। ਸੋ ਅਕਾਊਂਟਿੰਗ ਰੇਸ਼ੋ ਹੈ ਜਿਹੜੀ ਆਪਾਂ ਨੂੰ ਆਪਰੇਟਿੰਗ ਐਫੀਸ਼ੀਐਂਸੀ ਨੂੰ ਅੰਡਰਸਟੈਂਡ ਕਰਨ ਦੇ ਵਿੱਚ ਹੈਲਪ ਕਰਦੀ ਆ ਕਿ ਬਿਜ਼ਨਸ ਦੀ ਫਾਈਨੈਂਸ਼ੀਅਲ ਹੈਲਥ ਕੀ ਆ, ਕੰਪਨੀ ਦੀ ਲਿਕੁਇਡਿਟੀ ਪੋਜੀਸ਼ਨ ਕੀ ਆ, ਸੋਲਵੈਂਸੀ ਪੋਜੀਸ਼ਨ ਕੀ ਆ, ਪ੍ਰੋਫਿਟੇਬਿਲਿਟੀ ਪੋਜੀਸ਼ਨ ਕੀ ਆ। ਸੋ ਇਹਨਾਂ ਸਾਰਿਆਂ ਨੂੰ ਜਾਣਨ ਦੇ ਵਿੱਚ ਇਹ ਹੈਲਪ ਕਰਦੀ ਆ। ਹੈਲਪ ਇਨ ਇੰਟਰ ਫਰਮ ਕੰਪੈਰੀਜ਼ਨ। ਇੰਟਰ ਦਾ ਮਤਲਬ ਕੀ ਹੁੰਦਾ ਜੀ, ਜਦੋਂ ਆਪਾਂ ਇੱਕ ਫਰਮ ਨੂੰ ਦੂਸਰੀ ਫਰਮ ਦੇ ਨਾਲ ਕੰਪੇਅਰ ਕਰਦੇ ਹਾਂ ਤਾਂ ਉਹਨੂੰ ਕੀ ਕਿਹਾ ਜਾਂਦਾ ਜੀ, ਇੰਟਰ ਫਰਮ ਕੰਪੈਰੀਜ਼ਨ। ਲਾਈਕ ਜਿਵੇਂ ਜੀਓ ਐਂਡ ਵੋਡਾਫੋਨ ਹੋ ਗਈ। ਸੋ ਇਹ ਕੀ ਹੋ ਗਿਆ ਜੀ, ਇੰਟਰ ਫਰਮ ਕੰਪੈਰੀਜ਼ਨ। ਸੋ ਇਹਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ, ਫਰਮ ਦਾ ਜਿਹੜਾ ਕੰਪੈਰੀਜ਼ਨ ਕਰਨ ਦੇ ਵਿੱਚ ਵੀ ਇਹ ਕੀ ਕਰਦੀਆਂ ਜੀ, ਹੈਲਪ ਕਰਦੀਆਂ ਵਾ। ਹੈਲਪ ਇਨ ਮੇਕਿੰਗ ਇੰਟਰਾ ਫਰਮ ਕੰਪੈਰੀਜ਼ਨ। ਇੰਟਰਾ ਫਰਮ ਕੰਪੈਰੀਜ਼ਨ ਵੀ ਜੀ ਸੇਮ ਹੀ ਹੈ। ਇਹਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ, ਈਜ਼ੀਲੀ ਡਿਫਰੈਂਟ ਡਿਵੀਜ਼ਨਸ ਦੀ ਪਰਫਾਰਮੈਂਸ ਨੂੰ ਕੀ ਹੈ, ਫਾਈਂਡ ਆਊਟ ਕਰਕੇ ਈਜ਼ੀਲੀ ਕੰਪੇਅਰ ਕਰ ਸਕਦੇ ਹਾਂ। ਨੈਕਸਟ ਹੈ ਜੀ ਹੈਲਪ ਇਨ ਲੋਕੇਟਿੰਗ ਦਾ ਵੀਕ ਸਪੋਟ ਆਫ ਬਿਜ਼ਨਸ। ਸੋ ਬਿਜ਼ਨਸ ਦੇ ਵਿੱਚ ਆਪਣੇ ਕੋਲ ਕੀ ਓਵਰਆਲ ਪਰਫਾਰਮੈਂਸ ਉਹਦੀ ਗੁੱਡ ਹੈ ਜਾਂ ਨਹੀਂ ਹੈ, ਉਹਨੂੰ ਵੀ ਕੀ ਹੈ ਜਾਣਨ ਦੇ ਵਿੱਚ ਹੈਲਪ ਕਰਦੀ ਹੈ। ਕਿੱਥੇ ਉਹਦੀ ਪਰਫਾਰਮੈਂਸ ਨਹੀਂ ਵਧੀਆ, ਅਤੇ ਇਹ ਆਪਾਂ ਈਜ਼ੀਲੀ ਕੀ ਕਰ ਸਕਦੇ ਹਾਂ ਜੀ, ਜਾਣ ਸਕਦੇ ਹਾਂ ਇਹਦੇ ਥਰੂ। ਨੈਕਸਟ ਹੈ ਜੀ ਹੈਲਪ ਇਨ ਇਨਵੈਸਟਰ ਟੂ ਅਵੈਲਿਊਏਟ ਦੇਅਰ ਇਨਵੈਸਟਮੈਂਟ। ਸੋ ਰੇਸ਼ੋ ਅਨੈਲਿਸਿਸ ਹੈ ਜਿਹੜੀ ਇਨਵੈਸਟਰ ਦੀ ਹੈਲਪ ਕਰਦਾ ਵਾ, ਇਨਵੈਸਟਮੈਂਟ ਕਰਨੀ ਚਾਹੀਦੀ ਹੈ ਉਸਨੂੰ ਕਿ ਨਹੀਂ ਚਾਹੀਦੀ। ਜਿੰਨੀ ਜ਼ਿਆਦਾ ਉਹਦੀ ਕਰੰਟ ਰੇਸ਼ੋ ਹੈ ਜਿਹੜੀ ਜ਼ਿਆਦਾ ਹੋਏਗੀ ਜਾਂ ਐਸਟ ਟਰਨਓਵਰ ਰੇਸ਼ੋ ਜ਼ਿਆਦਾ ਹੋਏਗੀ, ਉਨਾ ਜ਼ਿਆਦਾ ਇਨਵੈਸਟਰ ਹੈ ਜਿਹੜਾ ਇਨਵੈਸਟਮੈਂਟ ਕਰਨ ਦੇ ਲਈ ਰਾਜ਼ੀ ਹੋਏਗਾ ਜੀ। ਨੈਕਸਟ ਹੈ ਜੀ ਹੈਲਪ ਇਨ ਐਨਾਲਾਈਜ਼ ਦਾ ਲੌਂਗ ਟਰਮ ਸੋਲਵੈਂਸੀ ਪੋਜੀਸ਼ਨ। ਸੋਲਵੈਂਸੀ ਪੋਜੀਸ਼ਨ ਦੇ ਵਿੱਚ ਕੀ ਹੈ ਜੀ, ਜਿੱਦਾਂ ਕਿ ਉਹਦੇ ਲੌਂਗ ਟਰਮ ਕ੍ਰੈਡਿਟਰ ਕੀ ਆ, ਪ੍ਰੈਜੈਂਟ ਓਨਰ ਕੀ ਆ। ਲੌਂਗ ਟਰਮ ਸੋਲਵੈਂਸੀ ਮਤਲਬ ਕੰਪਨੀ ਆ ਜਿਹੜੀਆਂ ਆਪਣੀਆਂ ਲਾਇਬਿਲਿਟੀ ਨੂੰ ਲੌਂਗ ਟਾਈਮ ਪੀਰੀਅਡ ਦੇ ਲਈ ਪੇ ਕਰਨ ਦੇ ਏਬਲ ਹੋਏਗੀ ਜਾਂ ਨਹੀਂ ਹੋਏਗੀ, ਉਹ ਜਾਣਨ ਦੇ ਵਿੱਚ ਇਹ ਕੀ ਕਰਦੀ ਹੈ ਜੀ, ਹੈਲਪ ਕਰਦੀ ਆ।
ਲਾਸਟ ਪੁਆਇੰਟ ਹੈਗਾ ਜੀ ਹੈਲਪ ਇਨ ਮਾਰਕੀਟਿੰਗ ਮੈਨੇਜਰ ਟੂ ਅਵੈਲੂਏਟ ਦਾ ਸੇਲ ਐਂਡ ਰਿਟਰਨ ਫਰੋਮ ਇਟ। ਸੋ ਇਹਦੇ ਥਰੂ ਆਪਾਂ ਕੀ ਕਰ ਸਕਦੇ ਹਾਂ, ਗ੍ਰੋਸ ਟਰਨਓਵਰ ਰੇਸ਼ੀਓ, ਕਾਸਟ ਆਫ ਗੁੱਡਸ ਸੋਲਡ ਰੇਸ਼ੀਓ ਤੋਂ ਫਾਈਂਡ ਆਊਟ ਕਰਕੇ ਈਜ਼ੀਲੀ ਆਪਾਂ ਕੀ ਹੈ ਚੈੱਕ ਆਊਟ ਕਰ ਸਕਦੇ ਹਾਂ ਕਿ ਕੰਪਨੀ ਨੂੰ ਪ੍ਰੋਫਿਟ ਹੋ ਰਿਹਾ ਜਾਂ ਲਾਸ ਹੋ ਰਿਹਾ। ਮਾਰਕੀਟ ਮੈਨੇਜਰ ਦੀ ਇਹ ਹੈਲਪ ਕਰਦੀ ਆ। ਥੈਂਕ ਯੂ।